ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮਜ਼ਦੂਰ ਦਿਵਸ ਬਾਰੇ ਵੀ ਇਸ ਦਿਨ ਦਾ ਕੀ ਮਹੱਤਵ ਹੈ ਤੇ ਮੌਜੂਦਾ ਸਮੇਂ 'ਚ ਮਜ਼ਦੂਰਾਂ ਦੇ ਕੀ ਹਾਲਾਤ ਨੇ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ 'ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਅੱਜ ਮਜ਼ਦੂਰ ਦਿਵਸ ਨੂੰ ਦੁਨੀਆ ਭਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ। ਵੱਖ-ਵੱਖ ਥਾਵਾਂ 'ਤੇ ਸਮਾਗਮ ਉਲੀਕੇ ਜਾ ਰਹੇ ਨੇ। ਮਜ਼ਦੂਰ ਜਥੇਬੰਦੀਆਂ ਇਕੱਠੇ ਹੋ ਕੇ ਜਿਹੜਾ ਹੈਗਾ ਇਸ ਦਿਨ ਨੂੰ ਮਨਾ ਰਹੀਆਂ ਨੇ। ਪਰ ਅਸੀਂ ਜਾਣਨਾ ਚਾਹਾਂਗੇ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਹੱਤਵ ਕੀ ਹੈ, ਇਸ ਦੇ ਪਿੱਛੇ ਕੀ ਕਾਰਨ ਹੈ। ਅਸਲ ਦੇ ਵਿੱਚ ਵੱਖ-ਵੱਖ ਦਿਨ ਜਿਹੜੇ ਮਨਾਏ ਜਾਂਦੇ ਨੇ, ਹਾਲਾਂਕਿ ਲੋਕ ਉਹਨਾਂ ਮਾਮਲਿਆਂ ਨਾਲ ਹਰ ਰੋਜ਼ ਹੀ ਜ਼ਿੰਦਗੀ 'ਚ ਜੂਝਦੇ ਨੇ, ਪਰ ਉਹ ਖਾਸ ਦਿਨ ਇੱਕ ਰੱਖ ਲਿਆ ਜਾਂਦਾ ਦੁਨੀਆ ਦੇ ਭਰ ਦੇ ਵਿੱਚ ਜਦੋਂ ਕੋਈ ਮਹੱਤਵਪੂਰਨ ਘਟਨਾ ਵਾਪਰ ਜਾਂਦੀ ਹੈ ਕਿਸੇ ਵੀ ਮਾਮਲੇ 'ਚ, ਜੀ, ਜਾਂ ਕੋਈ ਅਨਾਊਂਸਮੈਂਟ ਹੁੰਦੀ ਹੈ, ਜਿਸ ਲੈਵਲ ਦੀ ਕੋਈ ਗੱਲ, ਜਾਂ ਕੋਈ ਕਾਨੂੰਨ ਪਾਸ ਹੁੰਦਾ ਹੈ, ਜਾਂ ਕੋਈ ਮਤਲਬ ਅੰਦੋਲਨ ਇਹੋ ਜਿਹਾ ਹੁੰਦਾ ਹੈ, ਉਹਦੇ ਨਾਂ 'ਤੇ ਦਿਨ ਰੱਖ ਲਏ ਜਾਂਦੇ ਨੇ। ਉਹ ਦਿਨ 'ਤੇ ਫਿਰ ਇੱਕ ਪਾਰਟੀਕੂਲਰ ਇਕਜੁੱਟਤਾ ਦੇ ਲਈ ਲੋਕ ਉਹਨੂੰ ਮਨਾਉਂਦੇ ਨੇ। ਅਮਰੀਕਾ ਦਾ ਸ਼ਹਿਰ ਹੈ ਸ਼ਿਕਾਗੋ, ਜਿੱਥੇ ਮਤਲਬ 1886 ਦੇ ਵਿੱਚ ਇੱਕ ਘਟਨਾ ਵਾਪਰੀ ਸੀ। ਮਜ਼ਦੂਰਾਂ ਨੇ ਬੜੇ ਵੱਡੇ ਵਿਆਪਕ ਪੱਧਰ 'ਤੇ ਹੱਕ ਲੈਣ ਦੇ ਲਈ ਆਵਾਜ਼ ਉਠਾਈ ਸੀ, ਕਿਉਂਕਿ ਉਦੋਂ ਇੰਡਸਟਰੀਅਲਾਈਜ਼ ਦਾ ਯੁੱਗ ਸੀ, ਉਦਯੋਗੀਕਰਨ ਸਟਾਰਟ ਹੋਇਆ ਰਿਹਾ ਸੀ, ਉਦਯੋਗ ਬੜੇ ਵੱਡੇ ਪੱਧਰ 'ਤੇ ਲੱਗ ਰਹੇ ਸੀ, ਤਾਂ ਲੋਕ ਪਿੰਡਾਂ 'ਚੋਂ ਸ਼ਹਿਰਾਂ 'ਚ ਸ਼ਿਫਟ ਹੋ ਰਹੇ ਸੀ ਉਦਯੋਗਾਂ ਦੇ ਵਿੱਚ। ਲਾਜ਼ਮੀ ਇਹ ਉਹਨਾਂ ਨੂੰ ਲੱਗਦਾ ਸੀ ਕਿ ਉਦਯੋਗਾਂ 'ਚ ਜਾ ਕੇ ਸਾਡੀ ਜ਼ਿੰਦਗੀ ਬਿਹਤਰ ਹੋਏਗੀ, ਉੱਥੇ ਕੰਮ ਦੇ ਘੰਟੇ ਨਿਸ਼ਚਿਤ ਹੋਣਗੇ, ਉੱਥੇ ਆਸਾਨੀ ਵਾਲਾ ਕੰਮ ਹੋਏਗਾ ਮੁਕਾਬਲਤਨ ਦੂਜੇ ਦੇ, ਬਾਕੀ ਬੜੀਆਂ ਕੁਛ ਹੋਰ ਚੀਜ਼ਾਂ ਸੀ। ਪਰ ਜਦੋਂ ਉਹ ਆਏ ਤਾਂ ਸ਼ਾਇਦ ਉਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਮਤਲਬ ਉਸ ਲੈਵਲ ਦਾ ਸਕੋਪ ਲੱਗਿਆ, ਤਾਂ ਇਹਦੇ 'ਤੇ ਉਹ ਡਿਮਾਂਡ ਕਰ ਰਹੇ ਸੀ। ਆ ਜਿਹੜੇ ਇਹ ਹੁੰਦਾ ਨਾ ਵੀ ਕੰਮ ਇਨਸਾਨ ਕਿੰਨੇ ਘੰਟੇ ਕਰੇਗਾ ਔਰ ਕਿਹੜੀਆਂ ਕਿਹੜੀਆਂ ਉਹਨੂੰ ਉੱਥੇ ਸੁਵਿਧਾਵਾਂ ਹੋਣਗੀਆਂ, ਕੀ ਹਫ਼ਤੇ 'ਚ ਇੱਕ ਛੁੱਟੀ ਹੋਊਗੀ ਜਾਂ ਨਹੀਂ ਹੋਏਗੀ। ਇਹ ਜਿਹੜੀਆਂ ਹੁਣ ਅਸੀਂ ਦੇਖ ਰਹੇ ਹਾਂ ਸੁਵਿਧਾਵਾਂ ਬਹੁਤ ਜ਼ਿਆਦਾ ਮੁਕਾਬਲਤਨ ਉਦੋਂ ਜਿਹੜੇ ਖਾਸ ਤੌਰ 'ਤੇ ਸਰਕਾਰੀ ਖੇਤਰ 'ਚ ਜਾਂ ਬਾਕੀ ਚਾਹੀਆਂ ਨੇ ਨਾ, ਵੀ ਔਰਤਾਂ ਨੂੰ ਵੀ ਬਰਾਬਰ ਦੀ ਦਿਹਾੜੀ ਮਿਲੇ, ਜਾਂ ਇਸ ਟਾਈਪ ਦੀ ਗੱਲ ਹੈ ਕਿ ਪ੍ਰਸੂਤਾ ਛੁੱਟੀ ਮਿਲੇ, ਵੱਖ-ਵੱਖ ਟਾਈਪ ਦੀਆਂ ਇਹ ਚੱਲਣ ਕਿਤੋਂ ਸ਼ੁਰੂ ਹੋਇਆ। ਪਹਿਲਾਂ ਮਿਨੀਮਮ ਲੈਵਲ 'ਤੇ ਵੀ ਘੰਟੇ ਘੱਟੋ ਘੱਟ ਨਿਸ਼ਚਿਤ ਕਰੋ ਕੰਮ ਕਰਨ ਦੇ ਲਈ। ਉਦੋਂ ਵੀ ਮਤਲਬ ਜਿਹੜਾ ਸ਼ਾਸਨ ਪ੍ਰਸ਼ਾਸਨ ਪਲੱਸ ਜਿਹੜੇ ਲੋਕ ਨੇ ਕੰਟਰੋਲ ਕਰਦੇ ਸੀ ਫੈਕਟਰੀਆਂ ਨੂੰ, ਉਹ ਸਾਰਾ ਮਿਲ ਕੇ ਨਹੀਂ ਚਾਹੁੰਦਾ, ਸ਼ੁਰੂ ਤੋਂ ਲੈ ਕੇ ਇੱਕ ਟਕਰਾਅ ਚੱਲਿਆ ਬੜੇ ਲੰਮੇ ਸਮੇਂ ਤੱਕ। ਉਹ ਪ੍ਰੋਟੈਸਟ ਕਰਦੇ ਸੀ, ਉਹਨਾਂ 'ਤੇ ਗੋਲੀ ਚੱਲੀ ਅਤੇ ਅੱਗੇ ਜਾ ਕੇ 4 ਬੰਦਿਆਂ ਨੂੰ ਫਾਂਸੀ ਦਿੱਤੀ ਅਤੇ ਕਈ ਗੋਲੀ 'ਚ ਮਰੇ, ਜੇਲ੍ਹਾਂ 'ਚ ਰਹੇ ਵੱਖ-ਵੱਖ ਥਾਂ 'ਤੇ। ਪਰ ਉਹ ਇੱਕ ਸਿੰਬਲ ਆਫ ਰਜਿਸਟੈਂਸ ਬਣ ਗਿਆ ਮਜ਼ਦੂਰਾਂ ਦੇ ਵਾਸਤੇ ਕਿ ਹਾਂ ਆਹ ਦਿਨ ਨੂੰ ਆਪਾਂ ਹੁਣ ਇੱਥੇ ਇਸ ਤਰੀਕੇ ਦੇ ਨਾਲ ਮਾਡਰਨ ਦੌਰ ਦੇ ਵਿੱਚ ਜੀ, ਕਿ ਇਹਨੂੰ ਅੱਗੇ ਜਾ ਕੇ 1800 ਮਤਲਬ 99 ਦੇ ਕਰੀਬ ਇਹਨੂੰ ਮਨਾਇਆ ਜਾਣ ਲੱਗ ਗਿਆ ਕਿ ਹਾਂ ਇਹਨੂੰ ਸਾਰੇ ਕਿਤੇ ਮਨਾਇਆ ਜਾਣਾ ਚਾਹੀਦਾ ਮਜ਼ਦੂਰ ਦਿਵਸ ਨੂੰ, ਤਾਂ ਕਿ ਮਜ਼ਦੂਰਾਂ ਦੇ ਹੱਕਾਂ ਦਾ ਸਵਾਲ ਜਾਂ ਉਹਨਾਂ ਦੇ ਇਤਿਹਾਸ ਨਾਲ ਜੋੜ ਕੇ ਗੱਲ ਕੀਤੀ ਜਾਂਦੀ ਰਹੇ। ਮੇਨਲੀ ਗੱਲ ਤਾਂ ਉਸੇ ਗੱਲ ਦੇ ਵਿੱਚੋਂ ਆਉਂਦੀ ਹੈ ਕਿ ਬਰਾਬਰੀ ਦਾ ਜਿਹੜਾ ਕਨਸੈਪਟ ਹੈ ਕਿ ਜੇ ਇਨਸਾਨ ਦੇ ਤੌਰ 'ਤੇ ਕੋਈ ਕਿਰਤ ਕਰਦਾ ਹੈ, ਕਿਰਤ ਕਰਕੇ ਉਹਨੂੰ ਉਹਦਾ ਰੋਜ਼ਾਨਾ ਕੀ ਮਿਲਦਾ, ਅਤੇ ਉਹ ਕੀ ਜਿਹੜਾ ਸਾਰੇ ਸੈਟਅਪ ਦੇ ਵਿੱਚ ਸਾਡੇ ਹੈ ਕਿ ਜਿਹੜਾ ਪੈਸਾ ਲਾਉਂਦਾ, ਕਿਉਂਕਿ ਫੈਕਟਰੀ ਬਾਰੇ ਵੀ ਆ ਮਾਡਰਨ ਭਾਸ਼ਾ 'ਚ ਵੀ ਇਹੀ ਕਿਹਾ ਜਾਂਦਾ ਕਿ ਫੈਕਟਰੀ ਲਾਉਣ ਲਈ ਜਾਂ ਕੋਈ ਇਸ ਲੈਵਲ ਦੇ ਬਿਜ਼ਨਸ ਲਈ 2-4 ਚੀਜ਼ਾਂ ਚਾਹੀਦੀਆਂ ਨੇ। ਇੱਕ ਬੰਦਾ ਉੱਦਮੀ ਚਾਹੀਦਾ ਜੀ, ਉਹਦੇ ਕੋਲ ਪੈਸਾ ਚਾਹੀਦਾ ਹੈ, ਉਹ ਪੈਸੇ ਦੇ ਨਾਲ ਉਹਦੇ ਕੋਲ ਲੈਂਡ ਚਾਹੀਦੀ ਹੈ, ਫਿਰ ਉਹਦੇ 'ਚ ਕੰਮ ਕਰਨ ਵਾਲਾ ਬੰਦਾ ਵਰਕਰ ਚਾਹੀਦਾ, ਉਹਦੇ 'ਚੋਂ ਉਹਦੇ ਹਿੱਸੇਦਾਰੀ ਦਾ ਕੁਐਸਚਨ ਹੈ। ਮੇਰਾ ਖਿਆਲ ਹੈ ਫੈਕਟਰੀ ਚੱਲੇ ਜਾਂ ਕੋਈ ਹੋਰ ਕੰਮ ਚੱਲੇ ਜੀ, ਉਹ ਸਾਰੇ ਕੰਮਾਂ ਦੇ ਵਿੱਚ ਇੱਕ ਗੱਲ 'ਤੇ ਸਹਿਮਤੀ ਸਭ ਦੀ ਹੈ ਵੀ ਜੇ ਫੈਕਟਰੀ ਚੱਲੂਗੀ ਤਾਂ ਮਾਲਕ ਨੂੰ ਵੀ ਅਤੇ ਬਾਕੀ ਸਮਾਜ ਨੂੰ ਵੀ, ਅਤੇ ਜਿਹੜਾ ਕੰਮ ਕਰਦਾ ਮਜ਼ਦੂਰ ਆ ਉਹਨੂੰ ਵੀ, ਅਫਸਰਾਂ ਨੂੰ ਵੀ, ਸਭ ਨੂੰ ਇਹਦੀ ਇਹ ਮਤਲਬ ਫਾਇਦੇ 'ਚ ਹੁੰਦੀ ਹੈ। ਸਭ ਨੂੰ ਇਹ ਲੱਗ ਰਿਹਾ ਕਿ ਹਾਂ ਇਹ ਚੱਲੇ ਤਾਂ ਠੀਕ ਹੈ। ਜੀ, ਪਰ ਜੋ ਪੈਦਾ ਕਰਦੀ ਹੈ, ਜੋ ਦੌਲਤ ਕਮਾਉਂਦੀ ਹੈ, ਜੋ ਉਹਦੇ ਕੋਲ ਰਿਟਰਨ ਆਉਂਦੀ ਹੈ, ਉਹ ਰਿਟਰਨ ਕੌਣ ਲਵੇ, ਉਹਦੀ ਹਿੱਸੇਦਾਰੀ ਕਿੰਨੀ ਹੋਵੇ, ਅਤੇ ਹਿੱਸੇਦਾਰੀ ਸਾਰੀ ਮਾਲਕਾਨਾ ਉਹਦੇ 'ਚ ਚਲੀ ਜਾਏ, ਜਾਂ ਹਿੱਸਾ ਇੱਕ ਵਧੀਆ ਜ਼ਿੰਦਗੀ ਜਿਉਣ ਜੋ ਘੱਟੋ ਘੱਟ ਮਤਲਬ ਸਾਰਿਆਂ ਨੂੰ ਮਿਲੇ। ਇਹ ਇੱਕ ਟਕਰਾਅ ਬੜੇ ਲੰਮੇ ਸਮੇਂ ਤੋਂ ਉਸ ਲੈਵਲ 'ਤੇ ਚੱਲਿਆ। ਔਰ ਜਿਹੜੀ ਧਿਰ ਪੈਸਾ ਲਾਉਂਦੀ, ਸਾਡੇ ਸਿਸਟਮ ਇਹ ਕੀਤਾ ਗਿਆ ਕਿ ਇਹ ਸਾਰਾ ਕੁਝ ਕਰ ਰਿਹਾ ਤੈਨੂੰ ਨੌਕਰੀ, ਜਿਵੇਂ ਖੈਰਾਤ ਕਰ ਰਿਹਾ ਹੁੰਦਾ। ਇਹ ਖੈਰਾਤ ਨਹੀਂ, ਹੱਕ ਦੇ ਸਵਾਲ ਨੇ। ਜਿਹੜੀ ਚੀਜ਼ ਇੱਕ ਦੂਜੇ ਬਿਨਾਂ ਚੱਲ ਨਹੀਂ ਸਕਦੀ ਤਾਂ ਉਹਦੇ 'ਚ ਅਧਿਕਾਰਾਂ ਦਾ ਸਵਾਲ ਆਉਂਦਾ, ਉਹਦੇ 'ਚ ਖੈਰਾਤੀ ਸਵਾਲ ਨਹੀਂ ਆਉਂਦਾ। ਜੀ, ਇਸੇ ਕਰਕੇ ਮਜ਼ਦੂਰ ਦਿਵਸ ਨੇ ਮਜ਼ਦੂਰ ਨੂੰ, ਜਿਹਦੇ ਕੋਲ ਆਪਣੀ ਕਿਰਤ ਹੈ, ਆਪਣਾ ਸਰੀਰ ਹੈ, ਆਪਣਾ ਦਿਮਾਗ ਹੈ, ਇਹਦੇ ਲਈ ਕੰਮ ਕਰਨ ਜਾਂਦਾ ਉਹ, ਪਰ ਕੰਮ ਕਰਨ ਦੇ ਵਾਸਤੇ ਉਹ ਹੱਕ ਦੇ ਤੌਰ 'ਤੇ ਦੇਖਣ ਦੀ ਲੋੜ ਹੈ। ਅਤੇ ਇਹ
ਇਸੇ ਕਰਕੇ ਦਿਨ ਦਾ ਮਹੱਤਵ ਇਹ ਹੈ ਕਿ ਇਹਨੂੰ ਇਹ ਨਾ ਦੇਖੋ ਵੀ ਇਹ ਅੱਜ ਮਤਲਬ ਉਹ ਚੱਲਦਾ ਆਇਆ ਦੁਨੀਆ ਦਾ ਰਿਵਾਜ ਉਸ ਪੱਧਰ ਦੇ ਉੱਤੇ ਵੀ ਚੱਲਿਆ ਫਿਰ ਵੀ ਹੈ। ਈਵਨ ਸਾਡੇ ਕਲਚਰ ਦੇ ਵਿੱਚ ਜੇ ਦੇਖਿਆ ਜਾਏ ਜਿਹੜਾ ਇਹ 1886 ਦੀ ਗੱਲ ਹੈ ਤਾਂ ਉਦੋਂ ਪਹਿਲਾਂ ਬੜਾ ਪਹਿਲਾਂ 1469 'ਚ ਗੁਰੂ ਨਾਨਕ ਸਾਹਿਬ ਆਉਂਦੇ ਨੇ, ਪ੍ਰਕਾਸ਼ ਉਤਸਵ ਹੁੰਦਾ ਹੈ, ਜਿਹੜਾ ਬੇਸਿਕ ਸਿਧਾਂਤ ਇਸ ਰੀਜਨ 'ਚ ਉਹ ਆਉਂਦਾ ਕਿਰਤ ਕਰੋ ਨਾਮ ਜਪੋ ਵੰਡ ਛਕੋ। ਜੀ ਬਿਲਕੁਲ, ਕਿਰਤੀ ਸਭ ਤੋਂ ਮੇਨ ਸੈਂਟਰ ਸਟੇਜ 'ਚ ਹੈ ਉਹ ਸਿਧਾਂਤ 'ਤੇ। ਉਹਨਾਂ ਦਾ ਦਾਅਵਾ ਹੈ ਕਿ ਕਿਰਤ ਤੋਂ ਬਿਨਾਂ ਆਦਮੀ ਓਨੈਸਟ ਨਹੀਂ ਹੋ ਸਕਦਾ, ਇਮਾਨਦਾਰ ਨਹੀਂ ਹੋ ਸਕਦਾ, ਸੁੱਚੀ ਕਿਰਤ ਤੋਂ ਬਿਨਾਂ। ਕਿਰਤ ਤੋਂ ਬਿਨਾਂ ਪਰਉਪਕਾਰੀ ਨਹੀਂ ਹੋ ਸਕਦਾ, ਕਿਰਤ ਤੋਂ ਬਿਨਾਂ ਵਧੀਆ ਸਮਾਜ ਨਹੀਂ ਸਿਰਜ ਸਕਦਾ, ਕਿਰਤ ਤੋਂ ਬਿਨਾਂ ਮੁਹੱਬਤ ਦੇ ਗੁਣ ਨਹੀਂ ਆਉਂਦੇ। ਉਹ ਸਾਰਾ ਕੁਝ ਹੀ ਜਿੰਨਾ ਕੁਝ ਹੈ ਤਾਂ ਉਹ ਕਿਰਤ ਉਹਦੇ ਬੁਨਿਆਦ 'ਚ ਹੈ। ਬਿਲਕੁਲ। ਅਤੇ ਕਿਰਤ ਦੇ ਨਾਲ ਫਿਰ ਤੁਸੀਂ ਇੱਕ ਵਿਚਾਰ ਅਤੇ ਉਹਦਾ ਇੱਕ ਉਹ ਆਉਂਦਾ, ਉਹਦੇ 'ਚ ਹੀ ਉਹ ਵੰਡ ਛਕੋ ਦਾ ਜਿਹੜਾ ਗੱਲ ਦਿੰਦੇ ਨੇ ਵੀ ਜਿਹੜੀ ਦੌਲਤ ਹੈ ਉਹ ਜਿਹੜੀ ਕਿਰਤ 'ਚੋਂ ਪੈਦਾ ਹੋਈ ਗੱਲ ਹੈ, ਜਿਹਨੂੰ ਮਾਰਕਸਵਾਦ ਦੇ ਵਿੱਚ ਜਾ ਕੇ ਕਹਿੰਦਾ ਸਰਪਲਸ ਵੈਲਿਊ ਹੈ, ਮਜ਼ਦੂਰਾਂ ਦੇ ਜੋ ਕੀਤੇ ਹੋਏ ਕੰਮ ਦਾ ਵਾਧੂ ਮੁੱਲ ਹੈ, ਅਤੇ ਵਾਧੂ ਮੁੱਲ ਪੂੰਜੀਪਤੀ ਲੈ ਜਾਂਦਾ, ਮਜ਼ਦੂਰ ਨੂੰ ਨਹੀਂ ਮਿਲਦਾ। ਅਤੇ ਇਸੇ ਲਈ ਉਹ ਕਹਿੰਦਾ ਵੰਡ ਛਕੋ ਦਾ ਮਤਲਬ ਹੈ ਕਿਰਤ ਜੋ ਦੌਲਤ ਪੈਦਾ ਕਰਦੀ ਹੈ ਉਹ ਦੌਲਤ ਨੂੰ ਵੰਡ ਕੇ ਬਰਾਬਰੀ ਦੇ ਸਮਾਜ ਦੇ ਰੂਪ ਦੇ ਵਿੱਚ ਛਕੋ। ਇਹ ਮਨ ਸਾਡੇ ਕੋਲ ਅਸੀਂ ਮੇਰਾ ਖਿਆਲ ਉਸ ਰੂਪ 'ਚ ਨਹੀਂ ਮਨਾਉਂਦੇ ਰਹੇ, ਅਸੀਂ ਕਿਸੇ ਹੋਰ ਤਰੀਕੇ 'ਚ ਗੱਲ ਕਰਦੇ ਰਹੇ ਹਮੇਸ਼ਾ। ਪਰ ਕਿਉਂਕਿ ਇਹ ਪਾਰਟੀਕੂਲਰ ਇੱਕ ਗੱਲ ਦੇ ਵਿੱਚ ਵਾਪਰ ਗਈ ਔਰ ਉਹ ਆਈਡੀਆ ਵੀ ਉਦੋਂ ਡਿਵੈਲਪ ਹੋ ਰਿਹਾ ਸੀ, ਦੁਨੀਆ ਭਰ ਦੇ ਮਜ਼ਦੂਰੋਂ ਇੱਕ ਹੋ ਦਾ ਵੀ ਹੋ ਰਿਹਾ ਸੀ ਅਤੇ ਬਾਕੀ ਦੀਆਂ ਚੀਜ਼ਾਂ ਵੀ ਸੀ। ਇਸ ਕਰਕੇ ਇਹਦਾ ਮਹੱਤਵ ਫਿਰ ਦੁਨੀਆ ਦੇ ਕਿਰਤੀਆਂ ਦੇ ਵਾਸਤੇ ਇੱਕ ਇਸ ਲੈਵਲ ਦਾ ਬਣ ਗਿਆ ਕਿ ਹਾਂ ਅਸੀਂ ਇੱਕ ਜੁੜੇ ਹੋਏ ਲੋਕ ਹਾਂ, ਪੂਰੀ ਮਾਨਵਤਾ ਦੇ ਤੌਰ 'ਤੇ ਜਿਹੜੇ ਕਿਰਤੀ ਨੇ ਉਹ ਜੁੜੇ ਹੋਏ ਨੇ ਔਰ ਇੰਟਰਸਟ ਦੇ ਤੌਰ 'ਤੇ ਜੁੜੇ ਹੋਏ ਨੇ ਔਰ ਉਹਨਾਂ ਦਾ ਲੜਾਈ ਇੱਕ ਹੈ, ਸਾਂਝੀ ਹੈ, ਸਾਰੇ ਕਿਤੇ ਲੜਾਈ ਇੱਕੋ ਧਾਰਾ ਦੀ ਹੈ। ਉਹਦੇ ਕਰਕੇ ਮਨਾਇਆ ਜਾ ਰਿਹਾ ਸਾਰੇ ਕਿਤੇ ਅੱਜ ਜਿਹੜਾ ਇਹ ਦਿਵਸ। ਜੀ ਹਮੀਰ ਜੀ, ਜਿਸ ਦਿਨ ਇਹ ਐਲਾਨ ਕੀਤਾ ਸੀ ਕਿ ਮਜ਼ਦੂਰ ਦਿਵਸ ਮਨਾਇਆ ਜਾਵੇਗਾ, ਉਸ ਦਿਨ ਉਸ ਸਮੇਂ ਜੇਕਰ ਗੱਲ ਕਰੀਏ ਤਾਂ ਹੱਥੀਂ ਕੰਮ ਜ਼ਿਆਦਾ ਹੁੰਦਾ ਸੀ, ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਹੈਗਾ ਆਧੁਨਿਕਤਾ ਦਾ ਜ਼ੋਰ ਹੈ, ਮਸ਼ੀਨਰੀ ਜਿਹੜੀ ਹੈਗੀ ਬਹੁਤ ਹਾਵੀ ਹੋ ਚੁੱਕੀ ਹੈ, ਸਾਰੀ ਫੈਕਟਰੀਆਂ 'ਚ ਮਸ਼ੀਨਾਂ 'ਤੇ ਹੀ ਕੰਮ ਹੋ ਰਿਹਾ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਸ ਆਧੁਨਿਕਤਾ ਦੇ ਦੌਰ ਦਾ ਵੀ ਕੋਈ ਮਜ਼ਦੂਰ ਵਰਗ 'ਤੇ ਕੋਈ ਅਸਰ ਦੇਖਣ ਨੂੰ ਮਿਲਿਆ? ਹਾਂ ਬਿਲਕੁਲ, ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ। ਇੱਕ ਜ਼ਮਾਨੇ ਤੱਕ ਤਾਂ ਇਹ ਸੋਚਿਆ ਜਾਂਦਾ ਸੀ, ਖਾਸ ਤੌਰ 'ਤੇ ਜਿਹੜੇ ਮਾਰਕਸਵਾਦੀ ਥਿੰਕਰ ਨੇ ਜਾਂ ਜਿਹੜੇ ਉਹਨਾਂ ਦੇ ਪੈਰੋਕਾਰ ਐਕਟਿਵਿਸਟ ਨੇ ਜਾਂ ਪੋਲੀਟੀਕਲ ਧਿਰਾਂ ਨੇ, ਉਹ ਨੋਰਮਲੀ ਇਹ ਸੋਚਦੀਆਂ ਸੀ ਕਿ ਡਿਵੈਲਪਮੈਂਟ ਦਾ ਮਾਡਲ ਉੱਧਰ ਨੂੰ ਹੀ ਜਾਏਗਾ, ਵਿਕਾਸ ਦਾ ਮਾਡਲ। ਮਤਲਬ ਇਹ ਹੈ ਕਿ ਸਾਰੇ ਲੋਕ ਜਿਹੜੇ ਮਜ਼ਦੂਰ ਹੌਲੀ ਹੌਲੀ ਉਹਨਾਂ ਕੋਲ ਬਾਕੀ ਕੁਝ ਨਹੀਂ ਬਚੇਗਾ, ਉਹਨਾਂ ਦੀ ਕਿਰਤ ਹੀ ਬਚੇਗੀ ਜਿਹੜੀ ਉਹ ਵੇਚੂਗਾ ਔਰ ਇੰਡਸਟਰੀਲਾਈਜੇਸ਼ਨ ਹੋ ਜਾਣੀ ਹੈ। ਅਗਲਾ ਪੜਾਅ ਜਿਹੜਾ ਖੇਤੀ ਤੋਂ ਅਗਲਾ ਪੜਾਅ ਜਿਹੜਾ ਹੋਏਗਾ ਉਹ ਉਦਯੋਗੀਕਰਨ ਦਾ ਹੋਏਗਾ। ਸਾਰੇ ਲੋਕ ਵੱਡੇ ਕਾਰਖਾਨਿਆਂ ਦੇ ਵਿੱਚ ਕੰਮ ਕਰਨਗੇ ਅਤੇ ਉਹ ਕਾਰਖਾਨਿਆਂ ਵਾਲੀ ਲੇਬਰ ਫਿਰ ਇੱਕ ਪਾਸੇ ਦੋ ਜਮਾਤਾਂ ਹੋ ਜਾਣਗੀਆਂ, ਇੱਕ ਪਾਸੇ ਲੇਬਰ ਕਲਾਸ ਹੈ ਅਤੇ ਦੂਜੇ ਪਾਸੇ ਅਮੀਰ ਜਮਾਤ ਹੋ ਜਾਏਗੀ ਅਤੇ ਉਹਨਾਂ ਦੇ ਵਿੱਚੋਂ ਇੱਕ ਇਨਕਲਾਬ ਦੀ ਸਿਰਜਣਾ ਹੋਏਗੀ। ਮਜ਼ਦੂਰ ਚੇਤਨ ਹੈ, ਇੰਡਸਟਰੀਅਲ ਜਿਹੜਾ ਸ਼ਹਿਰੀ ਮਜ਼ਦੂਰ ਹੈ ਉਹ ਦੂਜੇ ਦੇ ਮੁਕਾਬਲਤਨ ਜ਼ਿਆਦਾ ਨੌਲੇਜ ਨਾਲ ਜੁੜੇਗਾ, ਜ਼ਿਆਦਾ ਇੱਕ ਹੈ, ਜਦੋਂ ਫੈਕਟਰੀ ਇੱਕ 'ਚ ਕੰਮ ਕਰਦੇ ਉਹ ਨੇੜੇ ਹੋ ਜਾਂਦਾ ਹੈ, ਭਾਈਚਾਰਾ ਵੀ ਜ਼ਿਆਦਾ ਬਣਦਾ ਹੈ, ਇੰਟਰਸਟ ਸਾਂਝੇ ਆਉਂਦੇ ਨੇ, ਗਿਆਨ ਜ਼ਿਆਦਾ ਆਉਂਦਾ, ਸ਼ਾਇਦ ਉਵੇਂ ਹੋਏਗਾ। ਉਹ ਅਲੱਗ ਗੱਲ ਹੈ ਕਿ ਇੰਨੇ ਲੰਮੇ ਪ੍ਰੋਸੈਸ ਦੇ ਵਿੱਚ ਹੁਣ ਸਗੋਂ ਇਹ ਸਿਸਟਮ ਹੋਰ ਤਰ੍ਹਾਂ ਵਿਵਹਾਰ ਕਰਦਾ ਨਜ਼ਰ ਆ ਰਿਹਾ। ਉਹ ਇਸ ਤਰੀਕੇ ਦਾ ਕਿ ਇੰਡਸਟਰੀ ਤਾਂ ਹੁਣ ਮਜ਼ਦੂਰਾਂ ਨੂੰ ਮਤਲਬ ਇਹ ਚਾਹੁੰਦੀ ਉਹ ਨਹੀਂ ਹੈ ਕਿ ਮਜ਼ਦੂਰ ਆਉਣ ਸਾਡੇ ਕੋਲ, ਤਕਨੀਕ ਇਹੋ ਜਿਹੀ ਵਿਕਸਿਤ ਕਰੋ, ਸਾਨੂੰ ਤਾਂ ਮਜ਼ਦੂਰਾਂ ਦੀ ਲੋੜ ਹੀ ਨਹੀਂ, ਸਾਨੂੰ ਮੈਨ ਪਾਵਰ ਦੀ ਲੋੜ ਨਹੀਂ ਹੈ। ਮੈਨ ਪਾਵਰ ਲੋੜ ਹੈ ਬਹੁਤ ਥੋੜ੍ਹੇ ਬਹੁਤ ਟੈਕਨੀਕਲ ਹਾਈਲੀ ਕੁਆਲੀਫਾਈਡ ਬੰਦੇ, ਕੋਈ ਇੰਜੀਨੀਅਰ ਹੋਣ, ਕੋਈ ਬਾਕੀ ਹੋਣ, ਅਤੇ ਜਿਹੜਾ ਲੇਬਰ ਕਲਾਸ ਦਾ ਇੱਕ ਐਂਗਲ ਹੈ ਕਿ ਸਾਨੂੰ ਮਜ਼ਦੂਰ ਚਾਹੀਦੇ ਨੇ ਜਾਂ ਬਾਕੀ ਨੇ। ਆ ਜਿੰਨੀ ਆਟੋਮਾਈਜੇਸ਼ਨ ਮਾਰੂਤੀ ਵਗੈਰਾ 'ਚ ਹੋਈ ਆ, ਜਿਹੜੇ ਝਗੜੇ ਹੋਏ ਨੇ ਪਿਛਲੇ ਸਮੇਂ ਦੇ ਵਿੱਚ ਉਹ ਨਿਕਲਣ ਦੇ ਹੀ ਹੋਏ ਨੇ ਔਰ ਉਹਨਾਂ ਦੀ ਜਗ੍ਹਾ 'ਤੇ ਮਸ਼ੀਨ ਮਲਟੀਪਲ ਕੰਮ ਕਰਦੀ ਹੈ, ਬਹੁਤ ਵੱਡੇ ਜ਼ਿਆਦਾ ਪ੍ਰੋਡਿਊਸ ਕਰਦੀ ਹੈ ਅਤੇ ਮਜ਼ਦੂਰਾਂ ਦੀ ਫਿਰ ਲੋੜ ਹਟ ਜਾਂਦੀ ਹੈ। ਉਹਨਾਂ ਨੂੰ ਲੱਗਦਾ ਕਿ ਮਜ਼ਦੂਰ ਤਾਂ ਆਉਣਗੇ। ਪਹਿਲਾਂ ਲੋਕਾਂ ਨੇ ਇਹ ਵੀ ਕੀਤਾ ਕਿ ਬਾਹਰ ਦੇ ਮਜ਼ਦੂਰ ਰੱਖੋ, ਲੋਕਲ ਨਾ ਰੱਖੋ। ਲੋਕਲ ਕੋਲ ਲੜਨ ਦੀ, ਰਜਿਸਟ ਕਰਨ ਦੀ ਤਾਕਤ ਜ਼ਿਆਦਾ ਹੁੰਦੀ ਆ ਬਾਹਰਲੇ ਦੇ ਮੁਕਾਬਲੇ, ਬਾਹਰਲਾ ਉਹਨਾਂ ਨਹੀਂ ਲੜ ਸਕਦਾ ਜੀ। ਫਿਰ ਇਹ ਕਹਿੰਦੇ ਨੇ ਵੀ ਜੇ ਉਹ ਵੀ ਲੜ ਲੈਂਦਾ ਤਾਂ ਇਹਦੇ ਮੁਕਾਬਲੇ ਮਸ਼ੀਨ ਰੱਖੋ, ਨਾ ਉਹਨੇ ਲੜਨਾ, ਨਾ ਉਹਨੇ ਮੰਗ ਕਰਨਾ, ਨਾ ਕੁਛ ਕਰਨਾ, ਅਤੇ ਇੱਕ ਵਾਰ ਪੈਸੇ ਖਰਚ ਕਰੋ ਅਤੇ ਉਸ ਤੋਂ ਬਾਅਦ ਇਸ ਤਰੀਕੇ ਦਾ ਆਓ। ਇਹਨੇ ਹੁਣ ਇੱਕ ਤਾਂ ਉਹ ਟਰੈਂਡ ਜਿਹੜਾ ਇਸ ਦੇ 'ਤੇ ਸੋਚਣ ਦਾ ਕਿ ਕੀ ਲੇਬਰ ਕਲਾਸ ਉਸੇ ਸ਼ਕਲ ਦੇ ਵਿੱਚ ਹੈ ਜਿਹੜੀ 'ਚ ਕਦੇ ਸ਼ਿਕਾਗੋ ਤੋਂ ਸ਼ੁਰੂ ਹੋਈ ਸੀ, ਜਿਹੜਾ ਸੁਪਨਾ ਉਸ ਲੈਵਲ 'ਤੇ ਦੇਖਿਆ ਸੀ, ਉਹ ਸੁਪਨੇ ਦੇ ਵਿੱਚ ਅੰਤਰ ਆਇਆ, ਮਤਲਬ ਹੋਰ ਟਾਈਪ ਦੀ ਗੱਲ ਹੋਈ ਹੈ। ਔਰ ਆਰਗੇਨਾਈਜ਼ਡ ਲੇਬਰ ਜਿਹੜੀ ਹੈ ਜੀ ਉਹ ਸਗੋਂ ਘੱਟ ਰਹੀ, ਵੱਧ ਨਹੀਂ ਰਹੀ ਕਿਤੇ ਵੀ। ਮਤਲਬ ਇੰਡਸਟਰੀ ਇੱਕ ਆਰਗੇਨਾਈਜ਼ਡ ਸੈਕਟਰ ਹੈ ਨਾ, ਸੰਗਠਿਤ ਖੇਤਰ ਹੈ, ਅਤੇ ਹੁਣ ਸਾਡੇ ਕੰਟਰੀ ਦੇ ਵਿੱਚ ਹੀ ਲਗਭਗ 97% ਅਨਆਰਗੇਨਾਈਜ਼ਡ ਖੇਤਰ ਦਾ ਮਜ਼ਦੂਰ ਹੈ ਅੱਜ।
ਤੇ 3% ਆਰਗੇਨਾਈਜ਼ਡ ਖੇਤਰ ਦਾ, ਉਹ 'ਚ ਸਰਕਾਰੀ ਵੀ ਆ ਗਿਆ, ਉਹ 'ਚ ਇੰਡਸਟਰੀ ਆਰਗੇਨਾਈਜ਼ਡ ਤੇ ਬਾਕੀ ਵੀ ਆ ਗਿਆ। ਹਾਂ, ਬਾਕੀ ਤਾਂ ਸਾਰਾ ਕੋਈ ਅਜੇ 50% ਤਾਂ ਖੇਤੀ 'ਚ ਤੁਰਿਆ ਫਿਰਦਾ ਇੱਧਰ ਉੱਧਰ ਸਾਰਾ, ਬਾਕੀ ਹੋਰ ਨੇ ਕੋਈ ਛੋਟੀ ਦੁਕਾਨ ਤੇ ਕਿਸੇ ਹੋਰ ਬਿਜ਼ਨਸ 'ਚ ਤੇ ਇੱਧਰ ਉੱਧਰ ਹੋ ਗਿਆ। ਇਹਦੇ 'ਚ ਮਤਲਬ ਇਹਦੇ ਲਈ ਜਿਹੜੀ ਹਾਲਾਤ ਨੇ ਕੰਮ ਦੇ ਜਾਂ ਇਹਦੇ ਲਈ ਜਿਹੜੀਆਂ ਸੁਵਿਧਾਵਾਂ ਦੀ ਗੱਲ ਹੈ ਜੀ, ਇਹ ਤਾਂ ਉਦੋਂ ਵੀ ਡਾਊਨ ਹਾਲਾਤ ਵਾਲੀ ਗੱਲ ਹੈ। ਮਤਲਬ ਉਹਦੇ 'ਚ ਘੱਟੋ ਘੱਟ ਉਹ ਲੜਾਈ ਨੇ ਕੀ ਕੀਤਾ ਸੀ, ਮਜ਼ਦੂਰਾਂ ਦੀ ਨੇ ਕੁਝ ਚੀਜ਼ਾਂ ਮਤਲਬ ਵਧੀਆ ਕੀਤੀਆਂ ਸੀ। ਕੰਮ ਦੇ ਘੰਟੇ ਨਿਸ਼ਚਿਤ ਹੋ ਗਏ ਸੀ ਜੀ, ਛੁੱਟੀਆਂ ਦਾ ਬਕਾਇਦਾ ਬਿਊਰੋ ਹੋ ਗਿਆ ਸੀ, ਔਰ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਉਹਦੀ ਜਿਹੜੀ ਡਿਵੈਲਪਮੈਂਟ ਹੈ, ਤਰੱਕੀ ਹੈ, ਪੇ ਸਕੇਲ ਹੈ, ਬਾਕੀ ਹੈ, ਇਹ ਸਟਾਰਟ ਕੁਛ ਹੋ ਗਿਆ ਸੀ। ਔਰ ਉਹਨਾਂ ਦੇ ਉਲਟ ਮਤਲਬ ਬਾਕੀ ਦਾ ਜਿਹੜਾ ਅਨਆਰਗੇਨਾਈਜ਼ਡ ਸੈਕਟਰ ਹੈ, ਇੱਥੇ ਤਾਂ ਉਸ ਲੈਵਲ ਦਾ ਕੁਝ ਵੀ ਨਹੀਂ ਹੈ ਜੀ। ਜੇ ਪ੍ਰੈਕਟੀਕਲੀ ਮਿਨੀਮਮ ਉਜਰਤ ਦਾ ਜਿਹੜਾ ਇੱਕ ਕਾਨੂੰਨ ਸੀ ਜਾਂ ਬਾਕੀ ਸੀ, ਉਹ ਸਾਰੇ ਕਾਨੂੰਨ ਬਦਲੇ ਜਾ ਰਹੇ ਨੇ ਇਸ ਸਮੇਂ ਤੱਕ ਕਿ ਬਿਲਕੁਲ ਹੀ ਉਦੋਂ ਉਲਟਾ ਕੰਮ ਹੋ ਗਿਆ। ਜੋ ਮੂਵਮੈਂਟ ਨੇ ਹਾਸਲ ਕੀਤਾ ਸੀ ਉਹਨੂੰ ਖੋਣ ਤੱਕ ਚਲਾ ਗਏ। ਭਾਰਤ ਸਰਕਾਰ ਨੇ ਵੀ ਉਹਨੂੰ 4 ਕੋਡਾਂ 'ਚ ਬਦਲਤੇ, ਜਿਹੜੇ ਉਹਨਾਂ ਦੇ ਕਾਨੂੰਨ ਸੀ ਸਾਰੇ ਦੇ ਸਾਰੇ। ਉਹਨਾਂ ਕਾਨੂੰਨਾਂ ਦੇ ਵਿੱਚ 8 ਘੰਟੇ ਦੀ ਦਿਹਾੜੀ ਦੀ ਬਜਾਏ 12 ਹੋ ਚੁੱਕੀ ਹੈ, ਔਰ ਉਲਟਾ ਕਰਦੇ ਨੇ, ਲੋਕਾਂ ਨੂੰ ਨਾ ਲੱਗੇ ਕਿ ਜੀ ਇਹ ਜ਼ਿਆਦਾ ਹੋ ਗਈ। ਉਹ ਕਹਿੰਦੇ ਕਿਸੇ ਨੂੰ ਵੀ 12 ਘੰਟੇ ਤੋਂ ਜ਼ਿਆਦਾ ਕੰਮ ਕਰਾਉਣ ਦੀ ਮਤਲਬ ਅਧਿਕਾਰ ਨਹੀਂ ਹੋਏਗਾ। ਜੇ ਹੋਏਗਾ ਸਰਕਾਰ ਨੂੰ ਦੇਖੇ, ਭਾਈ ਸਾਹਿਬ 8 ਘੰਟੇ ਆ ਪਹਿਲਾਂ ਤਾਂ, ਬਿਲਕੁਲ 12 ਘੰਟੇ ਕਿਵੇਂ ਆ ਗਿਆ? ਤੇ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਹੈ, ਕੰਮ ਦੇ ਘੰਟੇ ਘਟਣੇ ਚਾਹੀਦੇ ਨੇ, ਕੰਮ ਦੇ ਘੰਟੇ ਵੱਧ ਕਿਉਂ ਰਹੇ ਨੇ? ਜੀ, ਇਹ ਸਾਰੀਆਂ ਚੀਜ਼ਾਂ ਸਾਡੇ ਲਾਅ ਹੁਣ ਜਿਹੜਾ ਕਾਰਪੋਰੇਟ ਦੇ ਪੱਖ 'ਚ ਜਾਂ ਡਿਵੈਲਪਮੈਂਟ ਦਾ ਮਾਡਲ ਹੀ ਜਿਵੇਂ ਝੁਕ ਗਿਆ ਕਾਰਪੋਰੇਟ ਦੇ ਪੱਖ 'ਚ, ਔਰ ਉਦੋਂ ਬਾਅਦ ਇਹ ਜ਼ਿਆਦਾ ਆਇਆ, ਕਿਹਾ ਇਹ ਜਾ ਰਿਹਾ ਕਿ 90 ਤੋਂ ਬਾਅਦ ਇਹ ਜ਼ਿਆਦਾ ਆਇਆ। ਉਹਦਾ ਰੀਜ਼ਨ ਇਹ ਸੀ ਕਿ ਬੜੇ ਲੰਬੇ ਸਮੇਂ ਤੱਕ, ਖਾਸ ਤੌਰ 'ਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਤਾਂ ਖਾਸ ਤੌਰ 'ਤੇ, ਨਹੀਂ ਤਾਂ ਪਹਿਲੀ ਤੋਂ ਬਾਅਦ ਹੀ, ਈਵਨ 1917 ਤੋਂ ਬਾਅਦ ਹੀ ਸੋਵੀਅਤ ਬਲਾਕ ਇੱਕ ਸੀ, ਉਹਦਾ ਪ੍ਰੈਸ਼ਰ ਸੀ ਬਹੁਤ ਵੱਡਾ ਇੱਕ ਦੂਜੇ ਪਾਸੇ ਜਿਹੜਾ ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ 'ਤੇ। ਉਸ ਦਬਾਅ ਦੇ ਕਰਕੇ ਵੀ ਬਹੁਤ ਜ਼ਿਆਦਾ ਜਿਹੜਾ ਇੱਕ ਸੁਵਿਧਾਵਾਂ 'ਚ ਕਟੌਤੀ ਜਿਹੜੀ ਸੀ ਉਹ ਕਾਰਪੋਰੇਟ ਮੁਲਕਾਂ ਨੂੰ ਘੱਟ ਮਤਲਬ ਕਰਨੀ ਦੇ ਲਈ ਮਜਬੂਰ ਹੋ ਰਹੇ ਸੀ। 90 ਤੋਂ ਬਾਅਦ ਫਿਰ ਖੁੱਲ੍ਹੀ ਇਕੋਨਮੀ ਦਾ ਜਿਹੜਾ ਇੱਕ ਦੌਰ ਆਇਆ ਇਸ ਲੈਵਲ ਦੇ ਉੱਤੇ, ਤਾਂ ਸਾਰੀਆਂ ਸਰਕਾਰਾਂ ਫਿਰ ਹੁਣ ਉੱਧਰ ਚੱਲ ਗਈਆਂ ਨੇ। ਇਹਦੇ ਕਰਕੇ ਮਜ਼ਦੂਰਾਂ ਦੀ ਹਾਲਤ ਜਿਹੜੀ ਹੈ ਕੰਮ ਤੋਂ ਲੈ ਕੇ ਬਾਕੀ ਦੀਆਂ ਚੀਜ਼ਾਂ ਦੀ, ਕਿੰਨਾ ਮਿਲੂਗਾ ਉਹ ਜਿਹੜਾ ਮਤਲਬ ਜਦ ਮਰਜ਼ੀ ਤੁਸੀਂ ਨੋਟਿਸ ਲਾ ਦਿੰਦੇ ਹੋ, ਕੱਲ੍ਹ ਤੋਂ ਨਹੀਂ ਤੂੰ ਆਉਣਾ ਜੋਬ 'ਤੇ, ਇੱਦੋਂ ਇਹ ਨਹੀਂ ਸੀ ਹੋ ਸਕਦਾ ਨਾ। ਉਸ ਐਕਟ ਦੇ ਤਹਿਤ ਤਾਂ ਘੱਟੋ ਘੱਟ ਤੁਹਾਨੂੰ ਇੱਕ ਸਮਾਂ ਦੇਣਾ ਪੈਂਦਾ, ਇੱਕ ਨੋਟਿਸ ਦੇਣਾ ਪੈਂਦਾ, ਜਾਂ ਉਨੀ ਤਨਖਾਹ ਦੇਣੀ ਪੈਂਦੀ ਹੈ। ਇਹ ਚੀਜ਼ਾਂ ਜਿਹੜੀਆਂ ਚੱਲੀਆਂ ਨੇ, ਇਹ ਸਾਰੀਆਂ ਜਿਵੇਂ ਜਿਵੇਂ ਟੈਕਨੋਲੋਜੀ ਬਿਲਡ ਹੋਈ ਕੀਤੀ ਜਾ ਰਹੀ ਹੈ, ਔਰ ਜੇ ਉਹਦੇ ਮੁਤਾਬਕ ਜਿਵੇਂ ਕਾਨੂੰਨ ਬਣਾਏ ਜਾ ਰਹੇ ਨੇ, ਕਾਨੂੰਨ ਸਾਰੇ ਐਂਟੀ ਲੇਬਰ, ਐਂਟੀ ਕਿਰਤ ਜਿਹੜੇ ਨੇ ਉਹ ਉਸ ਪਾਸੇ ਨੂੰ ਜ਼ਿਆਦਾ ਦਿਖਾਈ ਦੇ ਰਹੇ ਨੇ। ਜੀ ਹਮੀਰ ਜੀ, ਮੌਜੂਦਾ ਸਮੇਂ ਦੀ ਗੱਲ ਕਰ ਰਹੇ ਹਾਂ ਤਾਂ ਦੇਸ਼ ਦੇ ਵਿੱਚ ਰੁਜ਼ਗਾਰ ਦਾ ਸੰਕਟ ਲਗਾਤਾਰ ਵੱਧਦਾ ਜਾ ਰਿਹਾ। ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਮਿਲ ਰਹੀ। ਜਿਹੜੇ ਕੁਝ ਗਿਣਤੀ 'ਚ ਮਜ਼ਦੂਰਾਂ ਨੂੰ ਮਜ਼ਦੂਰੀ ਮਿਲ ਵੀ ਰਹੀ ਹੈ ਤਾਂ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲ ਰਿਹਾ। ਦਿਹਾੜੀ ਜਿਹੜੀ ਹੈ ਉਹ ਤੈਅ ਕੀਤੀ ਹੋਈ ਜਿੰਨੇ ਵੀ ਰੁਪਏ ਨੇ ਉਸ ਤੋਂ ਬਹੁਤ ਘੱਟ ਮਿਲ ਰਹੀ ਹੈ। ਇਸ ਨੂੰ ਕਿਵੇਂ ਦੇਖੋਗੇ? ਬਿਲਕੁਲ, ਅੱਜ ਕੱਲ੍ਹ ਤਾਂ ਸਰਕਾਰਾਂ ਵੀ ਇਹ ਕੰਮ ਕਰ ਰਹੀਆਂ ਨੇ। ਮਤਲਬ ਬਾਕੀ ਤਾਂ ਛੱਡੋ, ਸਰਕਾਰਾਂ ਦੀ ਜ਼ਿੰਮੇਵਾਰੀ ਲਾਅ ਨੂੰ ਇੰਪਲੀਮੈਂਟ ਕਰਨਾ ਹੁੰਦਾ ਜੀ। ਉਹ ਲਾਅ ਨੂੰ ਉਲਟੇ ਪਾਸੇ ਲੈ ਜਾਂਦੇ। ਤੁਸੀਂ ਦੇਖੋ ਕਿ ਪੰਜਾਬ ਦੀ ਆਪਾਂ ਗੱਲ ਕਰ ਲਈ, ਸਾਰੇ ਦੇਸ਼ 'ਚ ਉਹੀ ਹੈ ਇਹ ਗੱਲ। ਮਿਡ ਡੇ ਮੀਲ ਕੁੱਕ ਹੈ ਜੀ, ਉਹਨੂੰ ਹੁਣ 3000 ਮਿਲਦਾ, ਮਿਨੀਮਮ ਵੇਜ ਵੀ 9000 ਰੁਪਏ ਹੈ, ਘੱਟੋ ਘੱਟ ਉਜਰਤ ਵੀ ਜੇਕਰ ਤੁਸੀਂ ਲਾਉਂਦੇ ਹੋ ਤਾਂ 9000 ਰੁਪਏ ਤੋਂ ਘੱਟ ਨਹੀਂ ਹੈ। ਇਸੇ ਤਰ੍ਹਾਂ ਆਸ਼ਾ ਵਰਕਰ ਹੈ, ਇਸੇ ਤਰ੍ਹਾਂ ਆਂਗਣਵਾੜੀ ਵਰਕਰ ਅਤੇ ਹੈਲਪਰ ਹੈ। ਔਰ ਇਹ ਤਾਂ ਹੈਗੇ ਨੇ ਉਹ ਜਿਹੜੇ ਔਰਗੇਨਾਈਜ਼ਡ ਸੈਕਟਰ ਨਾਲ ਬੱਝੇ ਨੇ ਜੀ। ਉਹ ਤਾਂ ਸਕੂਲ 'ਚ ਆਉਂਦੀਆਂ ਨੇ, ਉਸੇ ਹਸਪਤਾਲਾਂ 'ਚ ਜਾਂਦੀਆਂ ਨੇ, ਅਤੇ ਦੂਜੀਆਂ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਨਾਲ ਨੇ। ਇਹ ਤਾਂ ਸਰਕਾਰੀ ਤੰਤਰ 'ਚ ਨੇ। ਬਿਲਕੁਲ। ਅਤੇ ਇਹਨਾਂ ਨਾਲ ਵੀ ਜੇ ਇਹ ਹੁੰਦਾ, ਇਹਦੇ ਤੋਂ ਇਲਾਵਾ ਤੁਸੀਂ ਦੇਖਿਆ ਕਿ ਹਾਲਾਤ ਪਹਿਲਾਂ ਨਾਲੋਂ ਵੀ ਖਰਾਬ ਹੋ ਗਏ ਨੇ। ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਰੋਜੀ ਰੋਟੀ ਦਾ ਸੰਕਟ ਆ ਰਿਹਾ, ਗਰੀਬੀ ਬਹੁਤ ਵੱਧ ਗਈ ਹੈ। ਗਰੀਬੀ ਬਹੁਤ ਵਧਣ ਦੇ ਕਾਰਨ ਹਾਲਾਤ ਮਾੜੇ ਹੋਣਗੇ, ਇਸ ਲਈ ਕੋਈ ਕਾਨੂੰਨ ਬਣਾਓ ਕਿ ਰੁਜ਼ਗਾਰ ਪੈਦਾ ਹੋਵੇ ਜੀ। ਤਾਂ ਉਹਦੇ 'ਚੋਂ ਮਨਰੇਗਾ 2005 'ਚ ਆਇਆ। ਮਨਰੇਗਾ ਦੇ ਵਿੱਚ ਕੀ ਕੀਤਾ, ਇੱਕ ਦੇਸ਼ ਨੇ ਪੈਮਾਨਾ ਰੱਖਿਆ ਹੋਇਆ ਕਿ ਘੱਟੋ ਘੱਟ ਉਜਰਤ ਇਸ ਤੋਂ ਘੱਟ ਤਾਂ ਉਹ ਜਿੰਦਾ ਹੀ ਨਹੀਂ ਰਹਿ ਸਕਦਾ, ਇਦੋਂ ਘੱਟ ਨਹੀਂ ਕੋਈ ਦਿਹਾੜੀ ਦੇ ਸਕਦਾ। ਜੀ ਬਿਲਕੁਲ। ਹਾਲਾਂਕਿ ਉਹ ਵੀ ਲਾਗੂ ਨਹੀਂ ਸੀ ਹੁੰਦੀ, ਪਰ ਇੱਕ ਕਾਨੂੰਨ ਤਾਂ ਸੀ ਜਿਹਦੇ ਲਈ ਲੜਾਈ ਲੜੀ ਜਾਂਦੀ ਸੀ। ਮਨਰੇਗਾ 'ਚ ਤਾਂ ਕਾਨੂੰਨ ਦੇ ਵਿੱਚ ਹੀ ਲਿਖਤਾ ਤੁਸੀਂ ਕਿ ਮਿਨੀਮਮ ਵੇਜ ਨਹੀਂ ਮਿਲੂਗੀ, ਉਦੋਂ ਘੱਟ ਮਿਲੂਗੀ। ਜੀ। ਮਿਨੀਮਮ ਵੇਜ ਪੰਜਾਬ 'ਚ 353 ਰੁਪਏ ਹੈ, ਮਨਰੇਗਾ ਦੀ 282 ਰੁਪਏ ਮਿਲਦੀ ਹੈ। ਮਤਲਬ ਸਰਕਾਰਾਂ ਜਦੋਂ ਸੋਚ ਸਮਝ ਕੇ ਇਹੋ ਜਿਹੇ ਫੈਸਲੇ ਕਰਨ ਲੱਗ ਜਾਣ ਕਿ ਆਪਾਂ ਦੇਣਾ ਹੀ ਨਹੀਂ ਹੈ ਮਜ਼ਦੂਰ ਨੂੰ ਤਾਂ, ਜਾਂ ਬਾਕੀ ਬੰਦੇ ਨੂੰ ਤਾਂ ਦੇਣਾ ਹੀ ਨਹੀਂ ਹੈ। ਔਰ ਦੂਜੀ ਗੱਲ ਤੁਸੀਂ ਗੈਪ ਦੇਖੋ, ਕਿਉਂਕਿ ਇਹ ਨਾ ਕਾਰਪੋਰੇਟ ਕੰਪਨੀ ਸਟਾਈਲ ਹੈ। ਹੁਣ ਇਕੱਲੇ ਕਾਰਪੋਰੇਟ ਕੰਪਨੀ 'ਚ ਨਹੀਂ ਇਹ ਹੋ ਰਿਹਾ,
ਹੁਣ ਆ ਬਾਕੀ ਦੀਆਂ ਚੀਜ਼ਾਂ ਚਾਹੇ ਈਵਨ ਪ੍ਰਾਈਵੇਟ ਸਕੂਲ ਵੀ ਹੋਣ, ਹਸਪਤਾਲ, ਜਿਹੜੇ ਤਾਂ ਟੌਪ ਬਾਸ ਹੈ ਉਹ ਲੈਂਦਾ 10 ਲੱਖ 20 ਲੱਖ 30 ਲੱਖ ਤਨਖਾਹ। ਜੀ ਬਿਲਕੁਲ। ਜਿਹੜਾ ਉਦੋਂ ਇਮੀਡੀਏਟ ਹੇਠਾਂ ਵਾਲਾ ਹੈ ਉਹ ਲੈਂਦਾ 50,000 60,000 70,000 80,000। ਜਿਹੜਾ ਮਜ਼ਦੂਰ ਆ ਉਹ ਕਹਿੰਦਾ 5,000 7,000 10,000। ਜੀ। ਜਿਹੜਾ ਉਦੋਂ ਨੀਚੇ ਵਾਲਾ, ਇਹ ਜਿਹੜੇ ਗੈਪ ਅਸੀਂ ਢਾਂਚਾਗਤ ਗੈਪ ਪਾ ਰਹੇ ਹਾਂ, ਮਤਲਬ ਸਰਕਾਰੀ ਕਾਨੂੰਨਾਂ ਦੇ ਤਹਿਤ ਵੀ ਪਾ ਰਹੇ ਹਾਂ, ਨਿਯਮਾਂ ਦੇ ਤਹਿਤ ਪਾ ਰਹੇ ਹਾਂ। ਇਹ ਫਿਰ ਇੱਕ ਫਰਾਡ ਜਿਹਾ ਲੱਗਦਾ ਕਿ ਲੇਬਰ ਦਾ ਡੇ ਬਣਾ ਲਓ, ਸਰਕਾਰਾਂ ਵੀ ਉਹਦੇ 'ਤੇ ਐਡ ਦੇ ਦਿੰਦੀਆਂ ਨੇ, ਬਾਕੀ ਚੀਜ਼ਾਂ ਵੀ ਹੋ ਜਾਂਦੀਆਂ ਨੇ, ਤਾਂ ਉਹਨਾਂ ਦਾ ਕੋਈ ਮਤਲਬ ਨਹੀਂ ਬਚਦਾ। ਜੀ ਬਿਲਕੁਲ। ਜੇ ਰੀਅਲ ਸੈਂਸ ਦੇ ਵਿੱਚ ਅਸੀਂ ਉੱਥੋਂ ਚੱਲੇ ਸੀ, ਇੱਕ ਮਾਰਚ ਗਰੋ ਕਰਨ ਦਾ ਸੀ, ਉਹਨੂੰ ਵਧਣਾ ਚਾਹੀਦਾ ਸੀ ਉਸ ਪਾਸੇ ਵੱਲ, ਅਤੇ ਉਸ ਪਾਸੇ ਵੱਲ ਵਧਣ ਦੇ ਲਈ ਤਾਂ ਜਿਹੜਾ ਸਿਆਸੀ ਢਾਂਚਾ, ਇਕਨੋਮਿਕ ਡਿਵੈਲਪਮੈਂਟ ਦਾ ਢਾਂਚਾ ਅਤੇ ਉਹਦੇ 'ਚ ਸ਼ੇਅਰ ਹਿੱਸੇਦਾਰੀ ਵਧਣੀ ਚਾਹੀਦੀ ਸੀ ਆਮ ਲੋਕਾਂ ਦੀ। ਇਸੇ ਕਰਕੇ ਇਹ ਇਕੱਲਾ ਮਤਲਬ ਲੇਬਰ ਡੇ 'ਤੇ ਜਾਂ ਇਹੋ ਜਿਹੇ ਮੌਕੇ ਇਹ ਗੱਲਾਂ ਬੜੀਆਂ ਗੰਭੀਰਤਾ ਨਾਲ ਸੋਚਣ ਵਾਲੀਆਂ ਨੇ ਸਮੁੱਚੇ ਸਮਾਜ ਲਈ। ਇਕੱਲਾ ਮਜ਼ਦੂਰਾਂ ਦਾ ਦਿਨ ਨਹੀਂ ਹੈ, ਇਹ ਇਨਸਾਨੀਅਤ ਦੇ ਦਿਨ ਦੇ ਤੌਰ 'ਤੇ ਦੇਖਿਆ ਜਾਣਾ ਚਾਹੀਦਾ, ਕਿਉਂਕਿ ਵੱਡੀ ਗਿਣਤੀ ਤਾਂ ਉਹਨਾਂ ਦੀ ਉਹ ਹੈ, ਬਿਲਕੁਲ ਲੇਬਰ ਹੈ ਨਾ। ਬਾਕੀ ਵੱਡੀ ਗਿਣਤੀ ਤਾਂ ਮਿਡਲ ਕਲਾਸ ਕਿੰਨੀ ਕੁ ਹੈ, ਜਾਂ ਬਾਕੀ ਦੇ ਲੋਕ ਜਿਹਨਾਂ ਨੂੰ ਉਨਾ ਕੁ ਪੈਸਾ ਮਿਲਦਾ। ਸਾਰੇ ਦੇਸ਼ 'ਚ 138 ਕਰੋੜ ਆਬਾਦੀ, ਉਹ 38 ਕਰੋੜ ਮਿਡਲ ਕਲਾਸ ਬਣੀ ਹੈ, 100 ਕਰੋੜ ਤਾਂ ਬਾਕੀ ਦੇ ਲੋਕ ਨੇ ਨਾ, ਜਿਹੜੇ ਬੰਦੇ ਉਸ ਲੈਵਲ 'ਤੇ ਨੇ, ਅਤੇ ਉਹਨਾਂ ਲਈ ਕੌਣ ਸੋਚੇਗਾ। ਜੀ। ਇਹਦੇ ਵਾਸਤੇ ਇਹ ਹੈ ਕਿ ਅਸੀਂ ਜਿਹੜੇ ਵੱਡੇ ਚੈਲੰਜ ਨੇ, ਰੁਜ਼ਗਾਰ ਦਾ ਚੈਲੰਜ ਹੈ, ਇਸੇ ਕਰਕੇ ਪੰਜਾਬ ਉਜੜ ਰਿਹਾ। ਇੱਥੇ ਤਾਂ ਸਾਡੇ ਕਿਸੇ ਮਿਡਲ ਕਲਾਸ ਦੇ ਜਵਾਕ ਲਈ ਵੀ ਰੋਜੀ ਰੋਟੀ ਨਹੀਂ ਹੈ, ਉਨੀ ਦਿਹਾੜੀ ਨਹੀਂ, ਉਨੀ ਤਨਖਾਹ ਤੇ ਦਾ ਕੋਈ ਉਮੀਦ ਨਹੀਂ। ਬਿਲਕੁਲ। ਇਸੇ ਕਰਕੇ ਉਹ ਕਰਜ਼ਾ ਲੈ ਕੇ, ਬੋਝ ਉਠਾ ਕੇ ਬਾਹਰ ਤੱਕ ਰਹੇ ਨੇ। ਉੱਥੇ ਜਾ ਕੇ ਵੀ ਉਹ ਦਿਹਾੜੀ ਉਹ ਕਰਦੇ ਨੇ। ਜੀ। ਕਿਉਂਕਿ ਉੱਥੇ ਦਿਹਾੜੀ ਮਿਲ ਜਾਂਦੀ ਹੈ, ਚਲੋ ਰੋਜੀ ਰੋਟੀ ਜੋਗਾ ਤਾਂ ਕਰਦਾ ਖਾਂਦਾ ਓਨਾ ਹੀ ਹੈ। ਸਾਡੇ ਸਾਹਮਣੇ ਤੇ ਵਾਪਰ ਰਹੀ ਘਟਨਾ ਹੈ ਤਾਂ, ਬਿਲਕੁਲ, ਅਤੇ ਉਹਨੂੰ ਐਡਰੈਸ ਕਰਨ ਲਈ ਕੌਣ ਤਿਆਰ ਹੈ। ਇਸੇ ਕਰਕੇ ਜਿਹੜੇ ਇਹ ਕੋਈ ਇਕੱਲਾ ਐਂ ਕਿਰਤੀ ਦਾ ਕੁਐਸਚਨ ਨਹੀਂ, ਟੈਕਨੀਕਲੀ ਇਹ ਕਿਰਤੀ ਦੇ ਰੂਪ ਦੇ ਵਿੱਚ ਕਿਹੋ ਜਿਹਾ ਸਮਾਜ ਸਿਰਜਣ ਹੈ, ਕਿਰਤੀ ਦੇ ਰੂਪ ਦੇ ਵਿੱਚ ਕਿਹੋ ਜਿਹਾ ਸੈਟਅਪ ਸਾਡੇ ਸਾਹਮਣੇ ਹੋਵੇ, ਔਰ ਉਹ ਸਾਰੀਆਂ ਚੀਜ਼ਾਂ ਨੇ। ਅਜੇ ਜਾਤ ਦਾ ਕੁਐਸਚਨ ਹੈ, ਹੋਰ ਸਾਰੇ ਕੁਐਸਚਨ ਨੇ, ਇੰਨੇ ਵਿਤਕਰੇ ਨੇ, ਪਿੰਡ ਤੇ ਸ਼ਹਿਰ ਦਾ ਵਿਤਕਰਾ, ਔਰਤ ਤੇ ਮਰਦ ਦਾ ਵਿਤਕਰਾ, ਪੜ੍ਹੇ ਲਿਖੇ ਤੇ ਬਿਨਾਂ ਪੜ੍ਹੇ ਦਾ ਮਤਲਬ ਸਭ ਦੇ ਸਾਹਮਣੇ ਵਿਤਕਰਾ ਹੈ, ਗਰੀਬ ਤੇ ਅਮੀਰ ਦਾ ਵਿਤਕਰਾ ਹੈ, ਜਾਤ ਦਾ ਵਿਤਕਰਾ ਹੈ, ਧਰਮ ਦਾ ਵਿਤਕਰਾ ਹੈ, ਡਿਫਰੈਂਟ ਟਾਈਪ ਦੇ ਵਿਤਕਰੇ ਸਾਡੇ ਸਾਹਮਣੇ ਸਮਾਜ ਦੇ ਵਿੱਚ ਹੈ ਨੇ। ਔਰ ਉਸ ਪਾਸੇ ਚੱਲਣ ਦੇ ਵਾਸਤੇ ਇਹਨਾਂ ਵਿਤਕਰਿਆਂ ਨੂੰ ਕਿਵੇਂ ਮੈਨੇਜ ਕਰਨਾ, ਕਿਵੇਂ ਮਤਲਬ ਠੀਕ ਕਰਨਾ, ਉਸ ਪਾਸੇ ਵੱਲ ਚੱਲਣਾ ਪਏਗਾ। ਔਰ ਸਾਡੇ ਕੋਲ ਇੱਕ ਫਿਲਾਸਫੀ ਜਿਹੜੀ ਸਰਬੱਤ ਦੇ ਭਲੇ ਦੀ ਫਿਲਾਸਫੀ ਹੈ, ਜਿਹੜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਹੈ। ਕਿਰਤ ਦਾ ਮਹੱਤਵ, ਕਿਰਤ ਦੀ ਇੱਜ਼ਤ ਕਰਨਾ ਅਤੇ ਕਿਰਤੀ ਦਾ ਸਨਮਾਨ ਕਰਨਾ, ਇਹ ਅਪਰੋਚ ਕਾਨੂੰਨ 'ਚੋਂ ਵੀ ਨਜ਼ਰ ਆਉਣੀ ਚਾਹੀਦੀ ਹੈ, ਇਹ ਕਾਨੂੰਨ ਵਿਵਹਾਰ 'ਚੋਂ ਵੀ ਨਜ਼ਰ ਆਉਣੀ ਚਾਹੀਦੀ ਹੈ, ਤਾਂ ਜਾ ਕੇ ਅਸੀਂ ਇੱਥੇ ਕੋਈ ਚੰਗਾ ਸਮਾਜ ਸਿਰਜ ਸਕਦੇ ਹਾਂ। ਨਹੀਂ ਤਾਂ ਕੇਵਲ ਇਹ ਗੈਰ ਰਸਮੀ ਜਾਂ ਰਸਮੀ ਤੌਰ 'ਤੇ ਬਣਾ ਲਓ, ਇੱਕ ਦਿਨ ਬਣਾ ਲਓ, ਉਹਦੇ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਣਾ। ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।